मैं जदों मैते 1980 81 82 ਦੇ ਵਿੱਚ ਇੰਚਾਰਜ ਰਿਹਾ ਸੀ। ਮੇਰੀ ਡਿਊਟੀ ਸੀ ਸਾਰੀਆਂ ਚੀਜ਼ਾਂ ਸੰਭਾਲਣੀ, ਪੋਥੀਆਂ ਨੂੰ ਧੁੱਪ ਲਵਾਉਣੀ, ਭੋਰੇ 'ਚ ਪਾਣੀ ਆ ਗਿਆ ਕਾਫੀ ਤਾਂ ਪਲਸਤਰ ਕਰਵਾਇਆ, ਕਿਉਂਕਿ ਅੱਜ ਕੱਲ੍ਹ ਕੋਈ ਮਟੀਰੀਅਲ ਪੈਂਦਾ ਉਹ ਪਾ ਕੇ ਫਿਰ ਪਾਣੀ ਨਹੀਂ ਆਇਆ ਦੁਬਾਰਾ। ਉਦੋਂ ਇੱਕ ਕਾਪੀ ਲੱਭੀ ਸੀ ਸੰਤਾਂ ਦੀ ਹੱਥ ਲਿਖਤ, ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਵੀ ਜਿਹੜਾ ਕੋਈ ਸਿੱਖ ਦਰਬਾਰ ਸਾਹਿਬ ਜਾ ਕੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦਾ ਉਹਨੂੰ 51 ਪਾਠਾਂ ਜਿੰਨਾ ਫਲ ਮਿਲਦਾ। ਫਲ ਦਾ ਫਰਕ ਹੈ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਦਾ ਉਹਨੂੰ ਇੰਨਾ ਫਲ, ਜਿਹੜਾ ਸ੍ਰੀ ਪੰਜਾਂ ਤਖਤਾਂ ਤੇ ਕਰਦਾ ਇੰਨਾ ਫਲ ਮਿਲਦਾ। ਤਾਈਓ ਮਾਧਵੀ ਰਿਖੀ ਨੂੰ ਬ੍ਰਹਮਾ ਜੀ ਨੇ ਕਿਹਾ ਸੀ ਤੂੰ 5 ਲੱਖ ਵਰਾ ਉਮਰ ਕਿਉਂ ਮੰਗਦਾ? ਉਹ ਕਹਿਣ ਲੱਗਿਆ ਇਸ ਕਰਕੇ ਮੰਗਦਾ ਕਿ ਮੈਂ 5 ਲੱਖ ਵਰਾ ਤਪੱਸਿਆ ਕਰਨੀ ਆ। ਬ੍ਰਹਮਾ ਜੀ ਕਹਿਣ ਲੱਗੇ ਤੈਨੂੰ ਇੱਕ ਸਥਾਨ ਦੱਸਦੇ ਆ, ਉਹ ਸਾਹਮਣੇ ਜਿੱਥੇ ਬੇਰੀਆਂ ਹੀ ਬੇਰੀਆਂ ਨੇ, ਇੱਥੇ ਤਾਈਓ ਇੰਨੀਆਂ ਬੇਰੀਆਂ ਨੇ, ਦੁੱਖ ਭੰਜਨੀ ਬੇਰੀ, ਬਾਬਾ ਬੁੱਢਾ ਜੀ ਦੀ ਬੇਰ, ਲਾਚੀ ਬੇਰ, ਇੱਥੇ ਬੇਰੀਆਂ ਹੀ ਸੀ ਬਹੁਤ ਜ਼ਿਆਦੇ। ਉਧਰ ਜਿੱਧਰ ਸੁਖਮਨੀ ਸਾਹਿਬ ਦਾ ਬਾਣੀ ਰਚੀ ਉੱਥੇ ਵੀ ਬੇਰੀਆਂ ਕਾਫੀ ਸੀ। ਕਹਿੰਦੇ ਇਹ ਜਿਹੜਾ ਥਾਨ ਆ ਮਾਧਵੀ, ਜੇ ਤੂੰ ਇੱਥੇ 1 ਸਾਲ ਤਪੱਸਿਆ ਬੰਦਗੀ ਭਗਤੀ ਜੋ ਕਰਨੀ ਕਰੇਗਾ ਤੈਨੂੰ 1 ਲੱਖ ਵਰੇ ਦਾ ਫਲ ਦੇਵਾਂਗੇ। ਜੇ ਤੂੰ 5 ਲੱਖ ਵਰਾ ਉਮਰ ਮੰਗਦਾ ਮੇਰੇ ਹੱਥ 'ਚ ਨਹੀਂ, ਕਿਉਂਕਿ ਕੁਦਰਤ ਦਾ ਕਾਨੂੰਨ ਨਹੀਂ, ਨਿਰੰਕਾਰ ਜੀ ਦਾ ਅਸੂਲ ਨਹੀਂ ਹੈ, ਇੰਨੀ ਲੰਬੀ ਉਮਰ ਨਹੀਂ ਅਸੀਂ ਦੇ ਸਕਦੇ ਕਿਸੇ ਨੂੰ। ਪਰ ਤੂੰ ਉੱਥੇ 5 ਸਾਲ ਤੱਕ ਬੰਦਗੀ ਕਰ, 5 ਸਾਲ ਤਪ ਕਰ, ਜੋ ਕਰੇਗਾ 5 ਲੱਖ ਵਰੇ ਦਾ ਫਲ ਮਿਲੇਗਾ ਤੈਨੂੰ। ਇਹ ਸਾਰੀਆਂ ਜਗ੍ਹਾ ਤੇ ਜਾਣ ਦਾ ਫਲ ਹੁੰਦਾ। ਉਦਾਹਰਨ ਵਜੋਂ ਮੇਰੇ ਚਾਚਾ ਜੀ ਕੈਪਟਨ ਸੀ ਫੌਜ 'ਚ, ਉਹਨਾਂ ਦੇ ਇੱਥੇ ਕਈ ਉਹ ਲਾਏ ਫੀਤੀਆਂ ਜਿਹੀਆਂ ਰੰਗ ਬਰੰਗੀਆਂ ਕਿੰਨੀਆਂ ਇੱਥੇ ਤੱਕ। ਮੈਂ ਕਿਹਾ ਇਹ ਕੀ ਚੀਜ਼ ਹੈ? ਉਹ ਕਹਿੰਦੇ ਜਿੱਥੇ ਇੱਥੇ ਸਾਡੀ ਡਿਊਟੀ ਬਦਲਦੀ ਆ, ਜਿੱਥੇ ਇੱਥੇ ਅਸੀਂ ਜਾਂਦੇ ਆ, ਉਹਦਾ ਇਹ ਨਿਸ਼ਾਨ ਹੁੰਦਾ ਵੀ ਇੰਨੇ ਥਾਵਾਂ ਤੇ ਰਹਿ ਕੇ ਆਇਆ ਹੈ। ਕਹਿੰਦੇ ਇਹਦੇ ਤੇ ਸਾਨੂੰ ਤਰੱਕੀ ਵੀ ਮਿਲਦੀ ਆ, ਫਿਰ ਮੈਡਲ ਵੀ ਲਾਏ ਹੁੰਦੇ ਸੀ ਉਹਨਾਂ ਨੇ। ਸੋ ਮੇਰਾ ਕਹਿਣ ਤੋਂ ਭਾਵ ਜਿੰਨੀ ਵਾਰ ਆਪਾਂ ਜਿੱਥੇ ਵੀ ਮੱਥਾ ਟੇਕਿਆ ਉਹ ਆਪਣੇ ਮਸਤਕ ਦੇ ਉੱਤੇ ਹੀ ਨਿਸ਼ਾਨ ਲੱਗ ਜਾਂਦਾ ਵੀ ਇਹ ਕਿੰਨਿਆਂ ਸਥਾਨਾਂ ਤੇ ਦਰਸ਼ਨ ਕਰਨ ਗਿਆ। ਔਰ ਜਦੋਂ ਆਪਾਂ ਸੱਚਖੰਡ ਜਾਣਾ ਉਦੋਂ ਮਸਤਕ ਦੇ ਉੱਤੇ ਸਾਰੇ ਨਿਸ਼ਾਨ ਲੱਗੇ ਹੋਣਗੇ, ਉਹਦਾ ਫਲ ਬਹੁਤ। ਜਿੰਨੀ ਸੇਵਾ ਤੁਸੀਂ ਕਰੋਗੇ, ਜਿੰਨੇ ਮੱਥੇ ਟੇਕੋਗੇ, ਇਹ ਇਸ ਤਰ੍ਹਾਂ ਹੁੰਦਾ ਵੀ ਪਹਿਲਾਂ ਕਿਸੇ ਗੱਲ ਨੂੰ ਦਾ ਵਿਰੋਧ ਕੀਤਾ ਜਾਂਦਾ, ਫਿਰ ਮਜ਼ਾਕ ਕੀਤਾ ਜਾਂਦਾ, ਫਿਰ ਮੰਨ ਲਿਆ ਜਾਂਦਾ। ਹੁਣ ਹਰੇਕ ਗੱਲ ਦਾ ਵਿਰੋਧ ਹੋ ਰਿਹਾ, ਮਜ਼ਾਕ ਹੋ ਰਿਹਾ, ਬੁਰਾ ਭਲਾ ਕਿਹਾ ਜਾ ਰਿਹਾ ਸਭ ਨੂੰ। ਜਦੋਂ ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ੀ ਗੁਰੂ ਅੰਗਦ ਦੇਵ ਮਹਾਰਾਜ ਨੂੰ, ਉਹਨਾਂ ਵੀ ਤਾਂ ਪ੍ਰਕਰਮਾਂ ਕੀਤੀਆਂ ਸੀ ਉਦੋਂ, ਦੂਜਿਆਂ ਨੇ ਤੀਜਿਆਂ ਦੀਆਂ ਤੀਜੀਆਂ, ਅੱਗੇ 10ਵੇਂ ਪਾਤਸ਼ਾਹ ਨੇ ਸਤਿਗੁਰੂ ਗ੍ਰੰਥ ਸਾਹਿਬ ਦੀਆਂ 5 ਪ੍ਰਕਰਮਾਂ ਕੀਤੀਆਂ ਸੀ। ਕੁਛ ਫਲ ਲੈਣਾ ਹੈ ਤਾਂ ਕਿਸੇ ਦੀ ਨਾ ਸੁਣੋ। ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ 5 ਵਾਰ ਮੱਥਾ ਟੇਕ ਕੇ 5 ਪ੍ਰਕਰਮਾਂ ਕਰੋ, 10 ਕਰੋ, 20 ਕਰੋ, ਇਹਦਾ ਬਹੁਤ ਭਾਰੀ ਫਲ ਮਿਲਦਾ। ਅਸੀਂ ਤਾਂ ਵੀ ਇਹ ਹੈ ਵੀ ਜੇ ਇੱਕ ਵਾਰ ਕਹਿ ਤਾ ਨਾ, ਜਿਹਨੇ ਉਹ ਮੰਨ ਲਿਆ, ਇਹ ਉਸੇ ਨੂੰ ਪਤਾ ਵੀ ਉਹਦਾ ਕਿੰਨਾ ਹੀ ਭਾਰੀ ਫਲ ਮਿਲਦਾ। ਹੁਣ ਇਹ ਚੀਜ਼ ਹੈ ਕਿ ਤੁਸੀਂ ਕਦੇ ਵੀ ਕਥਾ ਨਹੀਂ ਸੁਣੀ, ਜਿਹੜੀ ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼ ਦੀ ਕਥਾ ਕਦੇ ਸੁਣੀ ਨਹੀਂ, ਪੰਥ ਪ੍ਰਕਾਸ਼ ਨਹੀਂ ਸੁਣੀ। ਆ ਸ੍ਰੀ ਗੁਰਪੁਰਬ ਪ੍ਰਕਾਸ਼ ਇੱਥੇ ਮੈਂ ਖੁਸ਼ੀ ਹੈ ਕਿ ਇਤਿਹਾਸ ਚੱਲ ਰਿਹਾ। 10ਵੇਂ ਪਾਤਸ਼ਾਹ ਜਾਂ ਨਿਹੰਗ ਸਿੰਘ ਫੌਜਾਂ ਵਿੱਚ ਵੀ ਹੁਣ ਉਹਨਾਂ ਨੇ ਇੱਕ ਮਰਿਆਦਾ ਚਲਾਈ, ਜਦੋਂ ਵੀ ਉਹਨਾਂ ਨੇ ਆਪਣੇ ਘੋੜੇ ਤੇ ਸਵਾਰ ਹੋਣਾ ਹੁੰਦਾ, ਪਹਿਲਾਂ ਘੋੜੇ ਨੂੰ ਆਪਣੇ ਵਾਹਨ ਨੂੰ ਨਮਸਕਾਰ ਕਰਨੀ ਆ, ਫਿਰ ਉਹਦੀ ਪਰਿਕਰਮਾ ਕਰਨੀ ਆ ਘੋੜੇ ਦੀ, ਫਿਰ ਘੋੜੇ ਉੱਤੇ ਬੈਠਣਾ। ਦੁਕਾਨਦਾਰ ਜਿਹੜੇ ਬੈਠੇ ਨੂੰ ਪਤਾ, ਸ਼ਟਰ ਖੋਲ੍ਹਣ ਤੋਂ ਪਹਿਲਾਂ ਸਵੇਰੇ ਤੁਸੀਂ ਕਿੰਨੀ ਵਾਰ ਨਮਸਕਾਰ ਕਰਦੇ, ਉਹ ਤੁਹਾਡੀ ਰੋਜੀ ਰੋਟੀ ਹੈ। ਸੂਰਮਾ ਆਪਣੇ ਸ਼ਸਤਰਾਂ ਨੂੰ ਨਮਸਕਾਰ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖੋ ਸ੍ਰੀ ਅਨੰਦਪੁਰ ਸਾਹਿਬ ਸ਼ਸਤਰ ਉੱਤੇ ਸੁਸ਼ੋਭਿਤ ਕੀਤੇ ਆ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਪ੍ਰਕਾਸ਼ में। ਸ੍ਰੀ ਅਕਾਲ ਤਖਤ ਸਾਹਿਬ ਤੇ ਮੰਜੀ ਸਾਹਿਬ ਉੱਪਰ ਹੈ,
ਉੱਥੇ ਸ਼ਸਤਰ ਪ੍ਰਕਾਸ਼, ਪਰੇ ਮਹਾਰਾਜ ਦਾ ਪ੍ਰਕਾਸ਼। ਮੈਂ ਇਸ ਗੱਲ ਨੂੰ ਮੰਨਦਾ ਵੀ ਮਹਾਰਾਜ ਸਤਿਕਾਰ ਕਰਦੇ। ਸ੍ਰੀ ਹਜ਼ੂਰ ਸਾਹਿਬ ਬੜਾ ਉੱਪਰ, ਸਾਰੇ ਸ਼ਸਤਰ ਸਜਾਏ ਹੋਏ ਨੇ, ਸਤਿਕਾਰ ਹੈ। ਪਰ ਮਨ ਵਿੱਚ ਆਉਂਦਾ ਸੀ ਵੀ ਠੀਕ ਹੈ, ਠੀਕ ਹੈ, ਸਭ ਕੁਝ ਠੀਕ ਹੈ, ਪਰ ਦਿਲ ਦੇ ਅੰਦਰ ਇੱਕ ਅੱਧਾ ਕੋਈ ਕੁਐਸਚਨ ਖੜਾ ਰਹਿੰਦਾ ਇਸ ਗੱਲ ਬਾਰੇ। ਜਦੋਂ ਸਤਿਗੁਰੂ ਮਹਾਰਾਜ ਜੀ ਕਪੂਰ ਇੱਥੇ ਗਏ, ਕੋਟਕਪੂਰੇ, ਇੱਕ ਪੂਰਾ ਸੀ ਚੌਧਰੀ ਜਦੋਂ ਮਹਾਰਾਜ ਜੀ ਕੋਲ ਆਇਆ, ਸਤਿਗੁਰਾਂ ਨੇ ਆਪਣੇ ਪਲੰਗ ਦੇ ਨਾਲ ਇੱਕ ਪਲੰਗ ਹੋਰ 1.25 ਫੁੱਟ ਉੱਚਾ ਥੱਲੇ ਇੱਟਾਂ ਰੱਖ ਕੇ ਕਰਵਾ ਕੇ ਚਾਦਰ ਪਾ ਕੇ, ਇੱਕ ਚੌਰ ਗੁਰਾਂ ਨੂੰ ਹੋ ਰਹੀ, ਇੱਕ ਚੌਰ ਸ਼ਸਤਰਾਂ ਨੂੰ ਹੋ ਰਹੀ ਸੀ। ਕਪੂਰਾ ਕਹਿੰਦਾ ਸ਼ਸਤਰਾਂ ਨੂੰ ਇੱਥੇ ਚੌਰ ਹੋ ਰਿਹਾ, ਉੱਤੇ ਕੱਪੜਾ ਪਾਇਆ, ਇਹਨਾਂ ਨੂੰ ਕਿਹੜਾ ਮੱਖੀਆਂ ਬਹਿੰਦੀਆਂ ਆ ਕੇ। ਬੋਲਣ ਦਾ ਆਪਣਾ ਹੁੰਦਾ ਢੰਗ ਤਰੀਕਾ, ਮਿਠਾਸ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਫਿਰ ਕਹਿੰਦੇ ਕਈ ਵਾਰ ਤੇਰੇ ਵਰਗੇ ਮੂਰਖ ਆਦਮੀ ਨਾ ਆ ਤੂੰ ਏਡਾ ਚਾਦਰਾ ਜਿਹਾ ਬੰਨਿਆ ਮਿੱਟੀ ਉਡਾਉਂਦਾ ਆ ਰਿਹਾ, ਸ਼ਸਤਰਾਂ ਤੇ ਮਿੱਟੀ ਪੈਂਦੀ। ਮਹਾਰਾਜ ਜੀ ਕਹਿੰਦੇ ਇਹੀ ਸ਼ਸਤਰਾਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਾਹਿਬ ਸਰੋਹੀ ਸਾਹਿਥੀ ਯਹ ਹਮਾਰੇ ਪੀਰ, ਇਹ ਸਾਡਾ ਸਭ ਕੁਝ। ਉਦੋਂ ਇੱਕ ਗੁਰਾਂ ਨੇ ਬਚਨ ਕਿਹਾ ਜਿਹੜਾ ਆਮ ਬੰਦਾ ਨਹੀਂ ਪਕੜ ਕਰਦਾ। ਬਹੁਤ ਜਦੋਂ ਅਸੀਂ ਇਤਿਹਾਸ ਨੂੰ ਵੀ ਪੜ੍ਹਦੇ, ਮੈਂ ਕਈ ਚੀਜ਼ਾਂ ਫੇਰ ਦੁਬਾਰਾ ਪੜ੍ਹਦਾ, ਫਿਰ ਤੀਜੀ ਵਾਰ ਪੜ੍ਹਦਾ, ਫਿਰ ਕੁਛ ਨਾ ਕੁਛ ਮਿਲਦਾ। ਬਾਣੀ ਦੀ ਤੁਕ ਨੂੰ ਵੀ ਕਈ ਵਾਰੀ 5-5 ਵਾਰ ਪੜ੍ਹਦੇ, ਉਹ ਬਾਰ-ਬਾਰ ਪੜ੍ਹਨ ਨਾਲ ਵਿੱਚੋਂ ਅਰਥ ਹੋਰ ਸਪਸ਼ਟ ਹੁੰਦਾ। ਮਹਾਰਾਜ ਨੇ ਬਚਨ ਕੀਤਾ ਕਪੂਰਿਆ, ਇਹ ਜਿਹੜੇ ਸ਼ਸਤਰ ਨੇ ਨਾ, ਇਹ ਅਕਾਲ ਪੁਰਖ ਦਾ ਸਰਗੁਣ ਰੂਪ ਨੇ। ਇੱਕ ਰੂਪ ਅਸੀਂ ਧਾਰਿਆ, ਗੁਰੂ ਨਾਨਕ ਸਾਹਿਬ ਨੇ ਧਾਰਿਆ, ਆਪ ਨੂੰ ਤਾਂ ਕਹਿੰਦੇ ਨਹੀਂ ਸੀ। ਇੱਕ ਰੂਪ ਮੇਰਾ ਹੈ ਸ਼ਬਦ, ਇੱਕ ਰੂਪ ਹੈ ਸਾਡਾ ਸ਼ਸਤਰ ਨਿਰੰਕਾਰ ਜੀ ਦਾ, ਇੱਕ ਰੂਪ ਹੈ ਖਾਲਸਾ ਸਾਡਾ। ਇਸ ਕਰਕੇ ਇਹ ਸਾਡੇ ਰੂਪ ਨੇ, ਇਹ ਸਾਡਾ ਸ਼ਸਤਰ ਨਿਰੰਕਾਰ ਜੀ ਦਾ ਸਰਗੁਣ ਰੂਪ ਹੈ, ਤਾਂ ਇਹਨਾਂ ਨੂੰ ਅਸੀਂ ਨਮਸਕਾਰਾਂ ਕਰਦੇ ਹਾਂ। ਸਤਿਗੁਰੂ ਸ਼ਸਤਰ ਲਿਆਉਣ ਤੇ ਬਹੁਤ ਪ੍ਰਸੰਨ ਹੁੰਦੇ ਸੀ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਮੇਸ਼ਾ ਪ੍ਰਕਰਮਾਂ, ਨਗਾਰੇ ਦੀਆਂ ਪ੍ਰਕਰਮਾਂ। ਦੇਖੋ ਮੈਂ ਜਦੋਂ ਕਥਾ ਕੀਤੀ ਇੰਨੇ ਸਾਲ, 1974 ਤੋਂ ਲੈ ਕੇ ਮੈਂ ਸੁਣੀ ਲਗਭਗ 80 ਤੱਕ, ਫਿਰ ਆਪ ਵੀ ਕੀਤੀ 2-3 ਵਾਰ ਪਟਿਆਲੇ। ਉਹ ਸਾਰੀ ਕਥਾ ਹੌਲੀ ਹੌਲੀ ਇੱਕ ਤਰ੍ਹਾਂ ਦਾ ਯਾਦ ਬਣ ਜਾਂਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਥਾ ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਆਉਂਦੇ ਸੀ, ਜੇ ਤਖਤ ਸਾਹਿਬ ਤੇ ਵੀ ਸੁਸ਼ੋਭਿਤ ਹੋਣਾ, ਪਹਿਲਾਂ ਆਪ ਮੱਥਾ ਟੇਕਣਾ ਆ ਕੇ। ਕਿਸੇ ਨੇ ਪੁੱਛਿਆ ਮਹਾਰਾਜ ਤੁਸੀਂ ਤਖਤਾਂ ਦੇ ਮਾਲਕ ਹੋ, ਤੁਸੀਂ ਤਖਤ ਨੂੰ ਮੱਥਾ ਟੇਕਦੇ ਹੋ ਆਪ? ਕਹਿੰਦੇ ਇਹ ਨਹੀਂ, ਇਹ ਸਾਡਾ ਨਹੀਂ, ਇਹ ਗੁਰੂ ਨਾਨਕ ਦੀ ਗੱਦੀ ਹੈ। ਮੈਂ ਗੁਰੂ ਨਾਨਕ ਦੀ ਗੱਦੀ ਨੂੰ ਪਹਿਲਾਂ ਆ ਕੇ ਮੱਥਾ ਟੇਕਦਾ। ਮੈਨੂੰ ਯੋਗ ਕੀਤੋ ਹੀ ਮੈਨੂੰ ਉਹਨਾਂ ਯੋਗ ਬਣਾਇਆ, ਬਿਠਾਇਆ। ਅਸੀਂ ਤਾਂ ਅੱਜ ਵੀ ਉਹਨਾਂ ਦੇ ਸਿੱਖ ਹੀ ਹਾਂ। 9 ਸਰੂਪਾਂ ਨੇ ਕਦੇ ਨਹੀਂ ਕਿਹਾ ਅਸੀਂ ਗੁਰੂ ਹਾਂ। ਉਹ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਨੇ, ਬਸ ਸਤਿਗੁਰ ਤਾਂ ਉਹੀ ਨੇ। ਜਦੋਂ ਵੀ ਸਤਿਗੁਰਾਂ ਨੇ ਕੋਈ ਬਚਨ ਕਰਨਾ, ਸਤਿਗੁਰ, ਬਸ ਮੇਰਾ ਸਤਿਗੁਰ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਨੇ ਜਦੋਂ ਵੀ ਬਚਨ ਕੀਤਾ, ਉਹ ਕਹਿੰਦੇ ਮੇਰਾ ਸਤਿਗੁਰ ਨਿਰੰਕਾਰ ਹੈ। ਨਿਰੰਕਾਰ ਜੀ ਮੇਰੇ ਸਤਿਗੁਰ ਨੇ, ਉਹਨਾਂ ਨੇ ਮੇਰੇ ਤੇ ਬਖਸ਼ਿਸ਼ ਕੀਤੀ ਆ। ਉਹਨਾਂ ਦੇ ਸਤਿਗੁਰ ਨੇ ਗੁਰੂ ਨਾਨਕ ਸਾਹਿਬ, ਉਹਨਾਂ ਦੇ ਸਤਿਗੁਰ ਨੇ, ਉਹਨਾਂ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਹੈ। ਇਸ ਕਰਕੇ ਇਹ ਜਿਹੜੇ ਦਿਨ ਨੇ, ਇਹਨਾਂ ਦਿਨਾਂ ਦੇ ਵਿੱਚ ਜਿੰਨੀ ਵੀ ਬਾਣੀ ਪੜ੍ਹ ਹੋ ਜੇ ਦਸਮ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ, ਜਾਪ ਸਾਹਿਬ ਦੇ ਪਾਠ ਹੋ ਜਾਣ। ਚਾਤਰੀ ਸੰਤ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਇਹ ਬੇਨਤੀਆਂ ਤਾਂ ਕੀਤੀਆਂ ਵੀ ਰਾਤ ਤੇ ਥੋੜੇ ਲੇਟ ਹੋ ਗਏ ਕਰਕੇ ਟਿਕਾਓ ਜਿਹਾ ਘੱਟ ਬਣਿਆ। ਅੱਜ ਦਾ ਉੜ ਜ਼ਿਆਦਾ ਸੀ, ਪਰ ਅੱਜ ਮੈਂ ਬੇਨਤੀ ਇਹੀ ਕੀਤੀ। ਸਿੰਘ ਕਹਿੰਦੇ ਪ੍ਰਸੰਗ ਵੀ ਇੱਦਾਂ ਸੁਣਾਓ, ਇੱਦਾਂ ਸੁਣਾਓ।
मैं कहूँ टाइम ही नहीं हुंदा। जे तुहानूं किते सूरज प्रकाश की कथा इत्थे सुणावां ना जंग दी, तुसीं आखोगे भी असीं कदे सुने ही नहीं इहो जिहा कुछ। जो महाराज सच्चे पातशाह ਦੀਆਂ रणनीतियां सी, जो जंग लड़न दे ढंग सी, जदों श्री आनंदपुर साहब तो सतगुरु महाराज जी भभौर साहब वल गए ने, जदों सतलुज दरिया नूं पार कीता सी, जो वो जंग होया सी, उत्थों निकलण दा जो छलकां होईयां सी, जो ਸਿੰਘਾਂ ने किला बनाया सी 10वें पातशाह वास्ते लंघाउण लई, चारे पासे घेरा पिया होया सी। साध संगत तो इस तरह हुंदा जिवें शिप हुंदा, पानी वाला जहाज, ਸਿੰਘ ऐ खड़े से इत्थों लैके इदां फिर इदां इदां फिर इदां एक जहाज बना के, विचाले 10वें पातशाह घोड़े ते सी। तोपां वालिਆਂ ਨੂੰ ਕਿਹਾ ਸੀ कवरिंग फायर दो सानू। वो इन्ना जंग सी ऐसा कि जिन्हें मेरे मगर पटियाले ज़्यादातर मुलाजम ज़्यादा ने, उत्थे कॉलेज ज़्यादा ने ते महकमे बड़े ने पटियाले च, सारे बजुर्ग पुलिस जिहड़ी पुलिस दे जिन्ने मुलाजम ने, फिर बजुर्ग जदों होइंदे उत्थे कथा सुणदे बह के। जिदन वो कथा होई तो सारे मुलाजम कहंदे बाबा जी अज तो साडे भी डौले फरक गए। मैं तो साडे भी हत्थ च हुंदा ना कोई हथियार, असीं भी जंग जांदे महाराज नाल। मैं कहा जंग चीज़ ही ऐसी है, ऐसा सुंदर इतिहास सतगुरां ने रचिया। और कवि जी की ऐसी लेखनी है, ऐसी कविता लिखते हैं, बस कोई हो जी कविता लिख ही नहीं सकता। इस करके सतगुरु महाराज सच्चे पातशाह ने श्री आनंदपुर साहब का ਆਪਾਂ रात भी विचार की सी। सारी विचार नहीं हो सकती, सारी विचार तो बहुत डूंघी है। कथा करते 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 कई महीने चाहिए ने। चारे पासे घेरा पिया होया सी। जदों सौहां चुकण वास्ते आए, कुरान शरीफ लैके आए, वो अपना सारा दूजे अपने धार्मिक समग्री लैके आए, सौहां खा रहे ने। एक तो चीज़ ये हुंदी भी जिमें बहुत सारिया गल्लां ने, जिमें अजकल पढ़े लिखे लोग, शहर के लोगों ते पिंड के लोगों बहुत फर्क हुंदा। जिहड़े पढ़े लिखे ने हुण शहर विच इन्हां दा अलग फर्क है। जिहड़े पुराने बंदे ने, अज तो कोई 100 साल पुरानी माई लभो, 90 साल पुरानी, वो बेचारे भोले भाले सीधे साधे ने। माता जी ने कहना बेटा देखो सौहां तो खा रहे ने, सौ खा रहे पुत्त, वो कुछ कहते थोड़ी आपां नूं, आपां उन्हां नूं आपां चलदे हां इत्थों। महाराज हस पे कहते माता तुसीं भोले हो, ये झूठ बोलते सब। ना ना बेटा ये तो इन्नियां सौहां खा रहे ने, इन्हां ने तां आपां नूं कुछ भी नहीं कहना है। कहते माता जी कहते मैं सुनिया सी तुसीं तां इधर गल करदे सी, 5-7 तुर्क जिहड़े वड्डे अफसर आए सी, वो कहंदे सी भी 3 दिन दे विच विच आपां आनंदपुर साहब दा किला ढह ढेरी करके सब नूं खत्म कर देंगे। महाराज हस पे कहने माता जी पढ़दे ही हो कि हुक्म है अंदर सबको, बाहर हुक्म ना कोई, नानक हुक्म है जे बुझा तां मैं कह ना कोई। कहने ओहदे ते पर यकीन नहीं करदे तुसीं। ये हुक्म की खेड है माता जी, सानू कोई भी नहीं हथ ला सकता, कोई भी सानू मार नहीं सकता सिवाय अकाल पुरख तो। पर फिर भी बहुत जोर पाया, तुसी खालसे नूं इन्ना परेशान किया। आ न्याणे बेचारे देखो सिंह किन्ने दुखी ने, तुहानू करना चाहिए। बहुत सारे कहण लग पे। फिर सतगुरां ने वो दिखाया सी किन्ने गड्ढे भर के समान दे उत्ते लिशकने कपड़े पा के, फिर उन्हें हमला किया। फिर माता जी कहते तो बड़े भैड़े लोग है। तसल्ली आ गई माता जी हुण तुहानू। जदों पटना साहब सी महाराज जी 4 साल की उम्र 5 दी, उस वक्त सतगुरु महाराज सच्चे पातशाह लई एक पालकी बनाउणी सी। उधरले मसंदा नूं 700 तोला सोना दिता सी भी सोने की वधिया पालकी बनाओ। माता जी ने यह कहा सी भी आपां सदा लई इत्थे रहांगे पटना साहब, भी ये सारे बड़े अच्छे ने, क्योंकि चंगे नूं सारे चंगे ही नज़र आउंदे हुंदे आ। भोले बंदियां नूं सारे लगदे भी सारे ही चंगे ने। जे किसी पुरानी बुढ़ी नूं दिखाओ आ चोर है, बेबे डाकू है, पुत लगता तो नहीं, बाहला भोला जिहा मूँह है इहदा। तां महाराज सच्चे पातशाह कहंदे चोर सवालिओ भी चोर बहुत सुंदर हुंदा, चोर सुंदर भी हुंदा, चोर देखण नूं बड़ा सोहना लगदा हुंदा, वो सुंदर भी है, पर शक्ल ते नहीं जाईदा हुंदा कदे किसी ते। शक्लां ते बहुत तरह दीयां हुंदियां बंदियां दीयां।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੱਲ ਸਮਝਾ ਦਿੱਤੀ ਕਿ ਇਹ ਮਾਤਾ ਜੀ ਇਹ ਜਿਹੜੇ ਲੋਕ ਨੇ ਬਹੁਤ ਧੋਖੇਬਾਜ਼ ਨੇ, ਇਹ ਸਾਨੂੰ ਧੋਖਾ ਦੇ ਜਾਣਗੇ। ਫਿਰ ਦਿਖਾ ਵੀ ਦਿੱਤਾ ਸਾਰਾ ਕੁਝ ਮਾਤਾ ਜੀ ਨੂੰ। ਉਸ ਵਕਤ ਜਦੋਂ ਬਿਲਕੁਲ ਨਾ ਮੰਨੇ ਵੀ ਚਲੋ ਆਪਾਂ ਚੱਲਦੇ ਆਂ, ਸੌਖੇ ਹੋ ਜਾਾਂਗੇ, ਬਾਹਰ ਜਾ ਕੇ ਪ੍ਰਸ਼ਾਦਾ ਤਾਂ ਛਕਾਂਗੇ, ਐਂ ਕਰਾਂਗੇ, ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਤਿਆਗ ਕੀਤਾ।